ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 169ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਮਾਝ ਮਹੱਲਾ ਪੰਜਵਾਂ। ਏਕੰਕਾਰ ਸਤਿਗੁਰੂ ਪ੍ਰਸਾਦ। ਤੂੰ ਮੇਰਾ ਬਹੁ ਮਾਣ ਕਰਤੇ, ਤੂੰ ਮੇਰਾ ਬਹੁ ਮਾਣ। जोर तुम्हारे सुख वसां, सच शब्द निशान रहाओ। तू मेरा बहुमान करते, तू मेरा बहुमान। जोर तुम्हारे सुख वसां, सच शब्द निशान रहाओ। सब्बे गल्लां जातियां सुन के चुप किया, कद ही सुरत न लदिया माया मोहड़िया। दे बुझारत सारता से अखी डिठड़िया, कोय जमूरख लभिया भूल न सुनी कया। इकस दो चो क्या गणी, सब इकत साध मुठी। इक अध नाए रसड़िया, का विरली जाए उठी। भगत सचे दर सोहंदे, आनंद करे दिन रात। रंग रते परमेसरे, जन नानक तिन बल जात। भगत सचे दर सोहदे, आनंद करे दिन रात। रंग रते परमेसरे, जन नानक तिन बल जात। इस शब्द विच गुरु जी कहते हैं कि हे एक ओंकार करता पुरख, इस सृष्टि दे मालक, केवल तुसी ही मेरा सब तो वड्डा माण हो जी। फिर गुरु जी कहते हैं, मैं जोर तुम्हारे सुख वसा, भाव तुहाडी मेहर किरपा करके मैं सुख विच वसदा हाँ। भाव गुरशब्द गुरबाणी नाम सिमरन नाल लग गया हाँ जी। फिर गुरु जी कहते हैं, क्योंकि मेरे मत्थे उत्ते सच जोड़ तुम्हारे सुख सा, सच शब्द निशान। भाव तुहाडी मेहर ते किरपा करके सदा थिर रहन वाला शब्द रूप गुरशब्द गुरबाणी नाम सिमरन शब्द रूप निशान, भाव निशान तुसी मैनू बख्शिया है जी। भाव निशान, भाव ये अचरज गुरशब्द गुरबाणी नाम सिमरन तुसी मैनू दिता है जी, जो कि संभव होया है तुहाडे बल करके, तुहाडे माण करके ही मैं इस सच दे गुरशब्द गुरबाणी नाम सिमरन नाल जुड़ सकिया हाँ जी। फिर गुरु जी कहते हैं, हे परमेसर, सारियां उपदेश रूपी गुरशब्द गुरबाणी नाम सिमरन परमारथ दियां गल्लां सुन के, जातियां भाव सुन के समझ लईयां हाँ जी। फिर गुरु जी कहते हैं, पर ये सब कुछ सुन के ये मनुख फिर भी इसने कदे इस चीज़ वाल ध्यान नहीं दिता जी। फिर गुरु जी कहते हैं, क्योंकि ये माया दे विच इन्ना मोहड़िया, भाव मायावी विकारां विच इन्ना फसिया होया है जी कि इस जीव नूं कदे भी गुरशब्द गुरबाणी नाम सिमरन परमारथ दे मार्ग दी सोझी नहीं पई जी। फिर गुरु जी कहते हैं, किसे गुरमुख महापुरुषां ने गुरशब्द गुरबाणी नाम सिमरन दी विजारत ते इशारा दे के समझाया है जी कि ये ही रस्ता है जी। भाव कई गुरमुख
ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੇ ਹੋਏ ਹਨ ਜੀ, ਅਤੇ ਉਹ ਦੂਸਰਿਆਂ ਨੂੰ ਵੀ ਦੱਸਦੇ ਹਨ ਜੀ ਕਿ ਇਹ ਰਸਤਾ ਹੈ, ਉਹਨਾਂ ਨੇ ਸਮਝਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਜੀਵ ਨੇ ਉਸ ਉਪਦੇਸ਼ ਨੂੰ ਇਸ਼ਾਰਾ ਵੀ ਨਹੀਂ ਦਿੱਤਾ, ਭਾਵ ਅੱਖਾਂ ਨਾਲ ਵੇਖ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਕੋਈ ਮੂਰਖ ਤੇ ਲੋਭੀ ਮਨੁੱਖ ਮਾਇਆਵੀ ਵਿਕਾਰ ਵਿੱਚ ਫਸੇ ਹੋਏ ਹਨ, ਉਹ ਫਿਰ ਦੂਸਰੇ ਚੀਜ਼ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸੱਚ ਦੇ ਨਾਲ ਦਿਲ ਨਹੀਂ ਲਗਾਉਣਾ ਚਾਹੁੰਦੇ ਹਨ। ਉਹ ਮੂਰਖ ਉਸ ਤੋਂ ਬੇਪਰਵਾਹ ਆਪਣੀ ਜ਼ਿੰਦਗੀ ਮਾਇਆਵੀ ਵਿਕਾਰਾਂ ਵਿੱਚ ਹੀ ਗੁਜ਼ਾਰਨਾ ਚਾਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਇਹ 1 2 4 ਮਨੁੱਖਾਂ ਨੂੰ ਕੀ ਗਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਇਹ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਹੀ ਇਸ ਮਾਇਆ ਦੇ ਸਵਾਦ ਵਿੱਚ ਠੱਗੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕੋਈ 1 ਅੱਧਾ ਗੁਰਮੁਖੀ ਹੋਏਗਾ ਜੀ, ਜੋ ਸੱਚਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਰਸਿਆ ਹੈ ਜੀ, ਭਾਵ ਉਸ ਨਾਲ ਜੁੜਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਵੀ ਕੋਈ ਵਿਰਲੇ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿੱਥੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪੀ ਉਪਦੇਸ਼ ਜਿਨ੍ਹਾਂ ਦੇ ਅੰਦਰ ਵਸੀ ਹੈ, ਉਹ ਬਹੁਤ ਵਿਰਲੇ ਗੁਰਮੁਖ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਸੱਚੇ ਪਰਮੇਸ਼ਰ ਦੇ ਦਰਬਾਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹੀ ਅੱਛੇ ਲੱਗਦੇ ਹਨ ਜੀ, ਨਾ ਕਿ ਪਰਮੇਸ਼ਰ ਦੇ ਦਰਬਾਰ ਵਿੱਚ ਮਾਇਆਵੀ ਵਿਕਾਰਾਂ ਵਾਲੇ ਅੱਛੇ ਲੱਗਣੇ ਹਨ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਹ ਗੁਰਮੁਖ ਦਿਨ ਰਾਤ ਹਰ ਸਵਾਸ ਉਸ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਆਨੰਦ ਮਾਣਦੇ ਹਨ ਜੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸੱਚ ਦੀ ਸੋਝੀ ਹੋ ਜਾਂਦੀ ਹੈ ਜੀ, ਕਿ ਇਸ ਦੇ ਨਾਲ ਹੀ ਨਿਬੇੜਾ ਹੋਣਾ ਹੈ ਜੀ। ਇਹ ਹੀ ਅਸਲ ਸੱਚ ਹੈ ਜੀ, ਇਹਦੇ ਵਿੱਚ ਹੀ ਪਲੈਜ਼ਰ ਹੈ ਜੀ, ਸੱਚਾ ਸੁੱਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪ੍ਰੇਮ ਵਿੱਚ, ਪਿਆਰ ਵਿੱਚ ਰੰਗੇ ਰਹਿੰਦੇ ਹਨ ਜੀ, ਭਾਵ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਵੀ ਫਿਰ ਉਹਨਾਂ ਗੁਰਮੁਖ ਭਗਤਾਂ ਤੇ ਸਦਕੇ ਜਾਂਦਾ ਹੈ, ਭਾਵ ਆਪਣੀ ਮਿਹਰ ਕਿਰਪਾ ਕਰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਦੱਸਦੇ ਹਨ ਕਿ ਏਕ ਓਂਕਾਰ ਕਰਤਾ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਹਨ ਕਿ ਇਹ ਸਾਰੇ ਜੀਵ ਜੋ ਇਸ ਸੰਸਾਰ ਮਾਰਗ ਤੇ ਆਏ ਹਨ, ਸਾਰੇ ਹੀ ਮਾਇਆ ਦੇ ਮੋਹ ਵਿੱਚ ਮਗਨ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜਦੇ ਹਨ ਜੀ, ਅਤੇ ਉਹਨਾਂ ਨੂੰ ਇਸ ਸੱਚ ਦੀ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਫਿਰ ਦੂਸਰਿਆਂ ਨੂੰ, ਸਾਥੀਆਂ ਨੂੰ, ਸੰਸਾਰੀ ਜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਜੀਵ ਮਾਇਆ ਤੇ ਮਾਇਆਧਾਰੀ ਵਾਲੇ ਮਨੁੱਖ ਸੁਣਦੇ ਹੀ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕਰਕੇ ਉਹ ਮਾਇਆਵੀ ਵਿਕਾਰਾਂ ਦੇ ਖੱਡੇ ਵਿੱਚ ਡਿੱਗ ਜਾਂਦੇ ਹਨ ਜੀ, ਭਾਵ ਫਸ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੀ ਹਾਲਤ
ਇੱਕ ਜਾਂ ਦੋ ਚਾਰ ਮਨੁੱਖਾਂ ਦੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਇਹ ਸਾਰੀ ਲੁਕਾਈ, ਸਾਰਾ ਸੰਸਾਰ ਹੀ ਇਸ ਮਾਇਆਵੀ ਵਿਕਾਰਾਂ ਦੇ ਸਵਾਦਾਂ ਵਿੱਚ ਠੱਗਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਸਾਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਰਸੀਆ ਤਾਂ ਕੋਈ ਇੱਕ ਅੱਧਾ ਗੁਰਮੁਖ ਜਿਉੜਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜਦੇ ਹਨ ਅਤੇ ਆਪਣੇ ਹਰ ਮੂਲ ਨਾਲ ਜੁੜਦੇ ਹਨ ਅਤੇ ਪਹਿਚਾਣਦੇ ਹਨ, ਗੁਰੂ ਦੇ ਹੁਕਮ ਨੂੰ ਸਮਝਦੇ ਹਨ, ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਪਰਮੇਸ਼ਰ ਵੀ ਉਹਨਾਂ 'ਤੇ ਆਪਣੀ ਮਿਹਰ ਤੇ ਕਿਰਪਾ ਕਰਦਾ ਹੈ ਜੀ। ਫਿਰ ਉਹ ਸੱਚ ਸ਼ਬਦ ਨਿਸ਼ਾਨ ਨਾਲ ਜੁੜਦੇ ਹਨ ਜੀ। ਫਿਰ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਭਗਤ ਸੱਚੇ ਦਰ ਸੋ ਦੇ, ਆਨੰਦ ਕਰੇ ਦਿਨ ਰਾਤ, ਰੰਗ ਰਤੇ ਪਰਮੇਸ਼ਰੇ, ਜਨ ਨਾਨਕ ਤਿਲ ਬਲ ਜਾਤ। ਭਗਤ ਸੱਚੇ ਦਰ ਸੋ ਦੇ, ਆਨੰਦ ਕਰੇ ਦਿਨ ਰਾਤ, ਰੰਗ ਰਤੇ ਪਰਮੇਸ਼ਰੇ, ਜਨ ਨਾਨਕ ਤਿਨ ਬਲ ਜਾਤ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।